सत श्री अकाल जी। तुसीं प्राइम ਏਸ਼ੀਆ ਟੈਲੀਵਿਜ਼ਨ देख रहे हो। दोस्तों मैं हाँ स्वर्ण सिंह टैणा ਤੇ हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाल जाण तो पहलां पंजाब के मौसम की हाल बयानी करनी बनती है। लंघे कल पंजाब दे विच मौसम ठीक रहा, बदलवाई रही है, कई थावां दे उत्ते छिट्टे भी पए आ। जलंधर दे विच भी पए सवेर दे वेले ते आथण दे वेले पंजाब दे कई हिस्सिਆਂ दे विच ठंडी तेज़ हवा ਚੱਲੀ है। मौसम विभाग ने यह गल कही है कि आउंदे 24 घंटिਆਂ ਦੇ ਵਿੱਚ पंजाब दे अंदर कई थावां दे उत्ते मींह पैण दी संभावना है, बदलवाई रहूगी, कई थावां दे उत्ते छिड़का छंबा जा भी होऊगा। दूजी वड्डी गल ਇਹ है ਜਿਹੜੀ कि पहली खबर के रूप ਦੇ ਵਿੱਚ है वो बड़ी दुखदाई है। ਭਾਰਤ ਦੇ ਵਿੱਚੋਂ हर रोज़ ਇਹੋ ਜਿਹੀਆਂ ਖਬਰਾਂ ਮਿਲਦੀਆਂ कोरोना महामारी ਦੇ ਕਰਕੇ, संकट कई तरह के पैदा होने के करके, कई तरह की लुट खसुट के करके, डॉक्टरों के वालों दिते जा रहे अस्तीफिਆਂ के करके, अदालतों वालों केंद्र में पाई जा रही झाड़ के करके, बढ़ते हुए सिविਆਂ के करके सोचीदा भी जदों असीं ये खबरां साझीਆਂ करते हैं तो देश दुनिया के विच भारत की की इमेज बनती है, किहो जिहा अक्स बनता। पर क्योंकि पत्रकारी है, साडा फर्ज है, साडा किता, साडी नैतिकता ये गल कहती है कि सारी खबर सही तो सच्ची साझी करनी चाहिए है। क्योंकि गोदी मीडिया किसी गल नूं लुकावे जां किसी गल नूं उछाले, ये एक वक्री गल है। साडा काम ये नहीं है। तो जिहड़े भी लोग असल हकीकत भारत की जां किसी दी भी बयान करते हैं, उन्हां लोकां नूं काम करन वालिआं नूं सलाम करनी बनती है तो लोग उन्हां दे उत्ते यकीन भी करन, ये उन्हां दा भी फर्ज बनता है। जिहड़ी खबर आई असल दे विच वो ये है कि गुरुग्राम तो एक एंबूलेंस कोरोना के मरीज़ नूं लैके ते लुधियाणे दे वल चलदी है। एक मरीज़ आ, कोरोना पेशेंट आ, ਉਹਦੇ ਜਿਹੜੇ ਮਾਪੇ ਆ, ਉਹਦੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਬੜੇ ਤਰਲੇ ਮਾਰਦੇ ਜੀ ਕਿ ਇਹਨੂੰ ਕਰੋਨਾ ਲਾਗ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਲੁਧਿਆਣੇ ਦੇ ਵੱਲ। ਕੋਈ ਐਂਬੂਲੈਂਸ ਤਿਆਰ ਨਹੀਂ ਹੁੰਦੀ, ਜਾਂ ਉੱਥੇ ਸ਼ਾਰਟੇਜ ਆ, ਉੱਥੇ ਘੱਟ ਹੋਣਗੀਆਂ। ਪਰ ਇੱਕ ਐਂਬੂਲੈਂਸ ਦਾ ਚਾਲਕ ਮੰਨ ਜਾਂਦਾ, ਉਹ ਕਹਿੰਦਾ ਜੀ ਮੈਂ 1,20,000 ਰੁਪਈਆ ਲਊਂਗਾ ਤੇ ਮੈਂ ਤੁਹਾਡੇ ਮਰੀਜ਼ ਨੂੰ ਲੈ ਜਾਣਾ। ਉਹ ਪਰਿਵਾਰਕ ਜੀਆਂ ਨੇ ਥੋੜ੍ਹਾ ਜਿਹਾ ਵਿਰੋਧ ਵੀ ਕੀਤਾ। ਚਲੋ ਆਪਾਂ ਕਰਦੇ ਹੀ ਹਾਂ ਵੀ ਭਾਈ 1,20,000 ਮੰਗਦਾ, ਕੀ ਪਤਾ 60,000 ਤੇ ਆ ਜੇ, ਕੀ ਪਤਾ 17 ਤੇ ਆ ਜੇ, ਕੀ ਪਤਾ 65 ਤੇ ਆ ਜੇ, ਕੀ ਪਤਾ 85,000 ਤੇ ਆ ਜੇ। ਪਰ ਉਹ ਅੜਿਆ ਰਹਿੰਦਾ, ਕਹਿੰਦਾ ਨਾ 1,20,000 ਰੁਪਈਆ ਹੀ ਲਊਂਗਾ, ਮਰਦਾ ਕੀ ਨਹੀਂ ਕਰਦਾ। ਮਾਪਿਆਂ ਨੇ 1,20,000 ਰੁਪਈਆ ਦਿੱਤਾ ਤੇ ਗੁਰੂਗ੍ਰਾਮ ਤੋਂ ਲੁਧਿਆਣੇ ਤੱਕ ਉਹ ਐਂਬੂਲੈਂਸ ਦੇ ਰਾਹੀਂ ਲੈ ਕੇ ਆਉਂਦਾ ਮਰੀਜ਼ ਨੂੰ ਇੱਥੇ ਦਾਖਲ ਕਰਨਾ। ਦੂਜੀ ਵੱਡੀ ਗੱਲ ਇਹ ਹੈ ਵੀ ਉਹ ਰਸੀਦ ਵੀ ਦਿੰਦਾ। ਰਸੀਦ ਦੇ ਉੱਤੇ 1,20,000 ਰੁਪਈਆ ਲਿਖਿਆ ਹੋਇਆ, ਉਹਦੇ ਉੱਤੇ ਟਾਈਮਿੰਗ ਵੀ ਲਿਖੀ ਹੋਈ ਹੈ, ਉਹਦੇ ਉੱਤੇ ਦਸਤਖਤ ਵੀ ਕੀਤੇ ਹੋਏ ਆ ਤੇ ਉੱਤੇ ਐਂਬੂਲੈਂਸ ਕਿਹੜੀ ਕੰਪਨੀ ਦੀ ਆ ਇਹਦੇ ਬਾਬਤ ਵੀ ਸਾਰਾ ਵੇਰਵਾ ਦਿੱਤਾ ਹੋਇਆ। ਜਦੋਂ ਹੁਣ ਇਹ ਰਸੀਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਉੱਠ ਰਹੇ ਆ ਕਿ ਭਾਰਤ ਦੇ ਵਿੱਚ ਇਹੋ ਜਿਹੇ ਲੋਕ ਵੀ ਆ, ਇਹੋ ਜਿਹੇ ਪੱਥਰ ਦਿਲ ਲੋਕ ਵੀ ਆ। ਬੰਦਾ ਮਰ ਰਿਹਾ ਹੋਵੇ ਤੇ ਆਪਾਂ ਉਹਨਾਂ ਦੇ ਕੋਲੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰਦੇ ਆ। ਭਾਰਤ ਦੇ ਵਿੱਚ ਉਹਨਾਂ ਲੋਕਾਂ ਦੀ ਘਾਟ ਵੀ ਨਹੀਂ ਜਿਹੜੇ ਕਿ ਮਦਦ ਕਰਨ ਵਾਸਤੇ ਅੱਗੇ ਆਏ ਆ, ਪਰ ਉਹਨਾਂ ਲੋਕਾਂ ਦੀ ਘਾਟ ਵੀ ਨਹੀਂ ਜਿਹੜੇ ਕਿ ਇਸ ਵਕਤ ਆਪਦਾ ਜੁਗਾੜ ਫਿੱਟ ਕਰਦੇ ਆ, ਜਿਹੜੇ ਲਾਸ਼ਾਂ ਨੂੰ ਫਰੋਲਦੇ ਆ, ਜਿਹੜੇ ਕਹਿੰਦੇ ਵੀ ਜੋ ਕੁਝ ਸਾਨੂੰ ਮਿਲ ਜੇ ਬਸ ਉਹ ਚਟਮ ਕਰ ਜੋ, ਖਤਮ ਕਰ ਜੋ, ਪਤਾ ਨਹੀਂ ਦੁਬਾਰਾ ਇਹ ਮੌਕਾ ਕਦੇ ਮਿਲਣਾ ਕਿ ਨਹੀਂ ਮਿਲਣਾ। ਹੁਣ ਉਸ ਐਂਬੂਲੈਂਸ ਦਾ ਜਿਹੜਾ ਸੰਚਾਲਕ ਆ, ਜਿਹੜਾ ਵੀ ਉਸ ਕੰਪਨੀ ਨੂੰ ਸੰਭਾਲਦਾ, ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰਦੇ ਹਾਂ। ਵਿੱਚੇ ਖਬਰਾਂ ਆ ਰਹੀਆਂ ਕਿ ਐਂਬੂਲੈਂਸ ਚਲਾਉਣ ਵਾਲਾ ਬੰਦਾ ਗ੍ਰਿਫਤਾਰ ਕਰ ਲਿਆ ਗਿਆ। ਪਰ ਮੈਂ ਹੈਰਾਨ ਹੋ ਗਿਆ ਦੁਪਹਿਰ ਦੇ ਵੇਲੇ ਖਬਰ ਪੜ੍ਹ ਕੇ, ਕਹਿੰਦੇ ਜੀ ਅਸੀਂ ਇਸ ਡਰਾਈਵਰ ਦੀ ਪੜਤਾਲ ਕਰਦੇ ਹਾਂ। ਇਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਬਹਿਬਲ ਕਲਾ ਦੇ ਵਿੱਚ ਗੋਲੀकांड ਹੋਇਆ, ਪੁਲਿਸ ਅਣਪਛਾਤੀ ਆ ਹਾਲੇ ਤੱਕ ਬਿਲਕੁਲ। ਉਹ ਜਿਹੜਾ ਟੈਕਸੀ ਸਟੈਂਡ ਵਾਲਾ ਜਾਂ ਐਂਬੂਲੈਂਸ ਸਟੈਂਡ ਵਾਲਾ ਜਿਹੜਾ ਉਹ ਡਰਾਈਵਰ ਵੀ ਅਣਪਛਾਤਾ ਹੋ ਗਿਆ। ਇਹਦਾ ਮਤਲਬ ਅਣਪਛਾਤੇ ਬੰਦੇ ਹੀ ਐਂਬੂਲੈਂਸਾਂ ਲਈ ਫਿਰਦੇ ਆ। ਮਤਲਬ ਭਾਰਤ ਦੇ ਵਿੱਚ ਇਸ ਕਿਸਮ ਦੀ ਲੁੱਟ ਖਸੁੱਟ ਆ। ਗੁਰੂਗ੍ਰਾਮ ਤੋਂ ਲੈ ਕੇ ਲੁਧਿਆਣੇ ਤੱਕ ਇੱਕ ਮਰੀਜ਼ ਲੈ ਕੇ ਆਉਣ ਦਾ 1,20,000 ਰੁਪਈਆ ਲੈਂਦੇ ਆ, ਫਸੇ ਨੂੰ ਹੋਰ ਲੁੱਟਦੇ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਦੋਂ ਆਪਾਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਉਦੋਂ ਮਨ ਦੇ ਵਿੱਚ 100 ਕਿਸਮ ਦੀਆਂ ਗੱਲਾਂ ਆਉਂਦੀਆਂ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਵਾਰੀ ਗੱਲ ਕਹੀ ਕਿ ਆਪਾਂ ਆਤਮ ਨਿਰਭਰ ਹੋਣਾ ਵੀ ਚਾਹੀਦਾ, ਘਰ ਦੇ ਵਿੱਚ ਵੀ ਹੋਣਾ ਚਾਹੀਦਾ, ਪਿੰਡ ਦੇ ਵਿੱਚ ਵੀ, ਇਸ ਸ਼ਹਿਰ ਦੇ ਵਿੱਚ ਵੀ ਲਾਗੂ ਹੁੰਦੀ ਆ, ਪੂਰੇ ਭਾਰਤ ਦੇ ਵਿੱਚ ਵੀ ਗੱਲ ਲਾਗੂ ਹੁੰਦੀ ਆ। ਆਤਮ ਨਿਰਭਰ ਹੋਣਾ ਹੀ ਚਾਹੀਦਾ। ਆਪ ਆਤਮ ਨਿਰਭਰ ਹੋਈਏ, ਲੋੜਵੰਦ ਦੀ ਮਦਦ ਕਰੀਏ ਤੇ ਫਿਰ ਆਪਾਂ ਉਸ ਤੋਂ ਬਾਅਦ ਸਾਰਿਆਂ ਦੇ ਬਾਰੇ ਵੀ ਸੋਚੀਏ। ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਇਹ ਗੱਲ ਕਹਿੰਦੇ ਆ ਕਿ ਆਤਮ ਨਿਰਭਰ ਹੋਣਾ, ਤੇ ਆਪ ਹੁਣ ਬਾਹਰਲੇ ਦੇਸ਼ਾਂ ਦੇ ਉੱਤੇ ਆਪਾਂ ਨਿਰਭਰ ਕਰਦੇ ਵੀ ਭਾਈ ਸਾਡੀ ਕੋਈ ਮਦਦ ਕਰੂਗਾ। ਕਦੇ ਵੀ ਇਹ ਗੱਲ ਸੁਣੀ ਨਹੀਂ ਕਿ ਆਪਾਂ ਕਹਿੰਦੇ ਕੁਝ ਹੋਰ ਹੋਈਏ ਤੇ ਕਰਦੇ ਕੁਝ ਹੋਰ ਹੋਈਏ। ਭਾਰਤ ਦੇ ਲੋਕ ਤਾਂ ਪਹਿਲਾਂ ਹੀ ਆਤਮ ਨਿਰਭਰ ਆ। ਅਸੀਂ ਆਪ ਕਮਾ ਕੇ, ਟੱਬਰ ਨੂੰ ਖਵਾ ਕੇ, ਲੋੜਵੰਦਾਂ ਦੀ ਘੱਟ ਵੱਧ ਮਦਦ ਕਰਕੇ ਤੇ ਸਰਕਾਰਾਂ ਦਾ ਢਿੱਡ ਵੀ ਪਾਲਦੇ। ਬਦਲੇ 'ਚ ਸਾਨੂੰ ਸਰਕਾਰਾਂ ਕੀ ਦਿੰਦੀਆਂ? ਅਸੀਂ ਟੈਕਸ ਦਿੰਦੇ ਆ, ਅਸੀਂ ਹੋਰ ਬਹੁਤ ਕੁਝ ਦਿੰਦੇ ਆ। ਸਵੇਰ ਤੋਂ ਲੈ ਕੇ ਰਾਤ ਤੱਕ ਟੈਕਸ ਹੀ ਜਮ੍ਹਾਂ ਕਰਵਾਈ ਜਾਂਦੇ ਆ। ਭਾਵੇਂ ਅਸੀਂ ਬਰਸ਼ ਕਰੀਏ ਪੇਸਟ ਦੇ ਰੂਪ ਦੇ ਵਿੱਚ, ਭਾਵੇਂ ਅਸੀਂ ਚਾਹ ਪੀਏ ਖੰਡ ਤੇ ਚਾਹ ਪੱਤੀ ਦੇ ਰੂਪ ਦੇ ਵਿੱਚ, ਭਾਵੇਂ ਅਸੀਂ ਕੱਪੜੇ ਪਹਿਨੀਏ ਕੱਪੜਿਆਂ ਦੇ ਉੱਤੇ ਟੈਕਸ ਦੇ ਰੂਪ ਦੇ ਵਿੱਚ, ਭਾਵੇਂ ਅਸੀਂ ਪੈਟਰੋਲ ਵਰਤਦੇ ਹਾਂ, ਡੀਜ਼ਲ ਵਰਤਦੇ ਹਾਂ, ਉਹਦੇ ਤੇ ਟੈਕਸ ਦੇ ਰੂਪ ਦੇ ਵਿੱਚ। ਸੌਣ ਵੇਲੇ ਤੱਕ ਟੈਕਸ 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 ਇਹ ਭਾਰਤ ਨੂੰ ਜਾਂਦਾ। ਪਰ ਬਦਲੇ ਦੇ ਵਿੱਚ ਕੀ ਮਿਲਦਾ? ਜਦੋਂ ਸੰਕਟ ਆਉਂਦਾ ਉਦੋਂ ਕਹਿ ਦਿੰਦੇ ਜੀ ਕਿ ਸਾਡੇ ਤਾਂ ਹੱਥ ਖੜੇ ਆ,
ਉਦੋਂ ਇਹ ਪਤਾ ਲੱਗਦਾ ਜੀ ਆਕਸੀਜਨ ਵੀ ਹੈ ਨਹੀਂ, ਬੈੱਡ ਵੀ ਹੈ ਨਹੀਂ, ਵੈਂਟੀਲੇਟਰ ਵੀ ਹੈ ਨਹੀਂ, ਵੈਕਸੀਨ ਵੀ ਹੈ ਨਹੀਂ, ਟੈਸਟਿੰਗ ਕਿੱਟਾਂ ਵੀ ਹੈ ਨਹੀਂ, ਹੈ ਕੀ। ਇੱਕ ਹੋਰ ਬੜੀ ਦੁਖਦਾਈ ਖਬਰ ਆਈ ਹੈ ਜਿਹੜੀ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਬੜਾ ਪਰੇਸ਼ਾਨ ਕਰ ਗਈ। ਰਾਜਸਥਾਨ ਦੀ ਸਰਕਾਰ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਅਸੀਂ ਪੌਣੇ 4 ਕਰੋੜ ਵੈਕਸੀਨ ਮੰਗਵਾਈ ਹੈ, ਪਰ ਉਹਦੇ ਉੱਤੇ 56 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ GST ਦੇ ਰੂਪ ਦੇ ਵਿੱਚ ਵਸੂਲ ਕਰ ਲਿਆ। ਇੱਕ ਟੀਕੇ ਦੇ ਉੱਤੇ 15 ਰੁਪਈਏ ਦੀ ਜਿਹੜੀ ਉਹ GST ਵਸੂਲ ਕੀਤੀ ਜਾਂਦੀ ਹੈ। ਤੇ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਉਹਨਾਂ ਨੇ 56 ਕਰੋੜ ਰੁਪਈਆ ਵਸੂਲ ਕੀਤਾ, ਇਹਦੇ ਨਾਲ 18 ਲੱਖ ਹੋਰ ਵੈਕਸੀਨ ਆ ਸਕਦੀਆਂ ਸੀ। ਇਹ ਆ ਭਾਰਤ ਦੇ ਵਿੱਚ ਆਤਮ ਨਿਰਭਰਤਾ ਦੀ ਗੱਲ, ਇਹ ਆ ਭਾਰਤ ਦੇ ਵਿੱਚ ਲੋਕਾਂ ਨੂੰ ਮਰਦਿਆਂ ਨੂੰ ਬਚਾਉਣ ਦਾ ਤਰੀਕਾ। ਸਰਕਾਰਾਂ ਨੂੰ ਇਹ ਆ ਵੀ ਫਸੇ ਹੋਏ ਲੋਕਾਂ ਤੋਂ ਜਿੰਨੇ ਕੁ ਪੈਸੇ ਵੱਟ ਸਕਦੇ ਵੱਟ ਲਈਏ, ਸੂਬਿਆਂ ਦੇ ਕੋਲੋਂ GST ਦੇ ਰੂਪ ਦੇ ਵਿੱਚ ਅਸੀਂ ਪੈਸੇ ਹਾਸਲ ਕਰ ਲਈਏ। ਇਹ ਸਰਕਾਰ ਵੀ ਮੈਨੂੰ ਕੇਂਦਰ ਦੀ ਉਸ ਐਂਬੂਲੈਂਸ ਚਾਲਕ ਵਰਗੀ ਲੱਗਦੀ ਹੈ ਜਿਹੜੀ ਫਸਿਆਂ ਨੂੰ ਚੂੰਡਣ ਦਾ ਕੰਮ ਕਰ ਰਹੀ ਹੈ, ਫਸਿਆਂ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ। ਤੇ ਹੁਣ ਇਸ ਮਾਮਲੇ ਦੇ ਉੱਤੇ ਉੱਤਰ ਕੌਣ ਦੇਊਗਾ? ਚਾਹੀਦਾ ਤਾਂ ਇਹ ਹੈ, ਸੁਪਰੀਮ ਕੋਰਟ ਨੇ ਕਿੰਨੇ ਵਾਰ ਗੱਲ ਕਹੀ ਹੈ ਵੀ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਦੇ ਵਿੱਚ ਵੈਕਸੀਨ ਮੁਹੱਈਆ ਕਰਾਈ ਜਾਵੇ, ਪਰ ਇੱਥੇ ਕੰਪਨੀਆਂ ਨੂੰ ਕਿਹਾ ਗਿਆ ਵੀ ਤੁਸੀਂ ਸਿੱਧੇ ਤੌਰ ਦੇ ਉੱਤੇ ਸੂਬਿਆਂ ਨੂੰ ਦੇ ਦਿਓ ਵੈਕਸੀਨ, ਪਰ GST 5% ਲੱਗੂਗੀ ਕਰੋਨਾ ਵੈਕਸੀਨ ਦੇ ਉੱਤੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਵੀ ਆਤਮ ਨਿਰਭਰਤਾ ਦੇ ਨਾਂ ਦੇ ਉੱਤੇ ਭਾਰਤ ਦਾ ਕੀ ਬਣ ਗਿਆ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਪਿਛਲੇ ਸਾਲ ਆਤਮ ਨਿਰਭਰ ਭਾਰਤ ਦਾ ਨਾਅਰਾ ਬੁਲੰਦ ਕੀਤਾ ਸੀ ਤੇ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਸਰਕਾਰ ਬਾਕੀ ਦੇਸ਼ਾਂ ਦੇ ਉੱਤੋਂ ਨਿਰਭਰਤਾ ਖਤਮ ਕਰ ਰਹੀ ਹੈ। ਛੇਤੀ ਹੀ ਭਾਰਤ ਦੇ ਵਿੱਚ ਹਰ ਉਹ ਸਮਾਨ ਬਣੇਗਾ ਜੋ ਬਾਹਰਲੇ ਦੇਸ਼ਾਂ ਤੋਂ ਮੰਗਵਾਇਆ ਜਾ ਰਿਹਾ। ਇਹਦੇ ਲਈ ਪਾਲਿਸੀ ਦੇ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ, ਪਰ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਵਜ੍ਹਾ ਕਰਕੇ ਮੋਦੀ ਸਰਕਾਰ ਨੇ ਨਾ ਸਿਰਫ ਮਨਮੋਹਨ ਸਰਕਾਰ ਦੇ 16 ਸਾਲ ਪੁਰਾਣੇ ਨਿਯਮਾਂ ਨੂੰ ਬਦਲਿਆ, ਸਗੋਂ ਚੀਨ ਸਮੇਤ 40 ਤੋਂ ਵੱਧ ਦੇਸ਼ਾਂ ਤੋਂ ਗਿਫਟ ਤੇ ਡੋਨੇਸ਼ਨ ਵੀ ਕਬੂਲ ਕੀਤੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ UPA ਸਰਕਾਰ 2004 ਤੋਂ 14 ਤੱਕ ਕੇਂਦਰ ਦੇ ਵਿੱਚ ਰਹੀ। ਦਸੰਬਰ 2004 ਦੇ ਵਿੱਚ ਜਦੋਂ ਦੱਖਣ ਭਾਰਤੀ ਤੱਟੀ ਇਲਾਕਿਆਂ ਦੇ ਵਿੱਚ ਸੁਨਾਮੀ ਨੇ ਕਹਿਰ ਮਚਾਇਆ, ਉਦੋਂ ਮਨਮੋਹਨ ਸਿੰਘ ਨੇ ਵਿਦੇਸ਼ੀ ਮਦਦ ਦੀ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਸੀ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਹਾਲਾਤ ਦੇ ਨਾਲ ਨਜਿੱਠ ਲਵਾਂਗੇ, ਤੁਸੀਂ ਮਦਦ ਦੀ ਪੇਸ਼ਕਸ਼ ਕੀਤੀ, ਤੁਹਾਡੇ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। 2005 ਦੇ ਵਿੱਚ ਕਸ਼ਮੀਰ ਭੂਚਾਲ, 2013 ਦੇ ਵਿੱਚ ਉੱਤਰਾਖੰਡ ਦੇ ਹੜ੍ਹ ਤੇ 2014 ਦੇ ਵਿੱਚ ਕਸ਼ਮੀਰ ਦੇ ਵਿੱਚ ਆਏ ਹੜ੍ਹਾਂ ਦੇ ਕਰਕੇ ਰਾਸ਼ਟਰੀ ਸਮੱਸਿਆ ਜੋ ਖੜੀ ਹੋਈ, ਉਦੋਂ ਵੀ ਡਾਕਟਰ ਮਨਮੋਹਨ ਸਿੰਘ ਨੇ ਨਾ ਤਾਂ ਕਿਸੇ ਦੇਸ਼ ਦੇ ਕੋਲੋਂ ਰਾਹਤ ਮੰਗੀ ਤੇ ਨਾ ਹੀ ਉਹਨਾਂ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ। ਜੇ ਕੋਈ ਦੇਸ਼ ਮਦਦ ਦੀ ਪੇਸ਼ਕਸ਼ ਵੀ ਕਰਦਾ ਤਾਂ ਉਹ ਸਨਮਾਨ ਦੇ ਨਾਲ, ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ ਮਨਾ ਕਰ ਦਿੰਦੇ। ਇਹ ਨਹੀਂ ਕਿ ਉਸ ਵੇਲੇ ਮਦਦ ਲਈ ਹੀ ਨਹੀਂ ਗਈ। ਉਸ ਤੋਂ ਪਹਿਲਾਂ ਉੱਤਰਕਾਸ਼ੀ ਦੇ ਵਿੱਚ ਭੁਚਾਲ ਆਇਆ 1991 ਦੇ ਵਿੱਚ, ਲਾਤੂਰ ਦੇ ਵਿੱਚ ਭੁਚਾਲ ਆਇਆ 1993 ਦੇ ਵਿੱਚ, ਗੁਜਰਾਤ ਦੇ ਵਿੱਚ ਭੁਚਾਲ ਆਇਆ 2001 ਦੇ ਵਿੱਚ, ਬੰਗਾਲ ਦੇ ਵਿੱਚ ਤੂਫਾਨ ਆਇਆ 2002 ਦੇ ਵਿੱਚ, ਬਿਹਾਰ ਦੇ ਵਿੱਚ ਹੜ੍ਹ ਆਇਆ 2004 ਦੇ ਵਿੱਚ। ਉਦੋਂ ਭਾਰਤ ਦੇ ਵਿਦੇਸ਼ਾਂ ਦੇ ਵਿੱਚੋਂ ਰਾਹਤ ਮਦਦ ਵੀ ਲਈ ਸੀ। 2018 ਦੇ ਵਿੱਚ ਕੇਰਲ 'ਚ ਆਏ ਹੜ੍ਹ ਤੁਹਾਨੂੰ ਚੇਤੇ ਹੋਣਗੇ, ਸੂਬਾ ਸਰਕਾਰ ਨੇ ਕਿਹਾ ਸੀ ਕਿ 700 ਕਰੋੜ ਰੁਪਏ ਦੀ ਸਹਾਇਤਾ ਦੀ ਪੇਸ਼ਕਸ਼ UAE ਨੇ ਕੀਤੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਕਿਹਾ ਸੀ ਕਿ ਇਹਦੀ ਸਾਨੂੰ ਜ਼ਰੂਰਤ ਨਹੀਂ ਤੇ ਅਸੀਂ ਆਪਣੇ ਤੌਰ ਦੇ ਉੱਤੇ ਮੁੜ ਵਸੇਬੇ ਦਾ ਕੰਮ ਕਰਾਂਗੇ। ਪਰ ਜਿਸ ਤਰੀਕੇ ਦੇ ਨਾਲ ਹੁਣ ਕੇਂਦਰ ਦੀ ਸਰਕਾਰ ਲਗਾਤਾਰ ਵੱਖ-ਵੱਖ ਦੇਸ਼ਾਂ ਦੇ ਉੱਤੇ ਨਿਰਭਰ ਹੋ ਰਹੀ ਹੈ, ਇਹਦੇ ਮੁਤਲਕ ਕੇਂਦਰ ਦੇ ਕਈ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਮਦਦ ਮੰਗੀ ਨਹੀਂ, ਪਰ ਉਹ ਮਦਦ ਦੇ ਰਹੇ ਨੇ। ਪਰ ਆਤਮ ਨਿਰਭਰਤਾ ਦੀ ਕੀ ਨਿਸ਼ਾਨੀ ਹੈ ਤੇ ਕੀ ਪਰਿਭਾਸ਼ਾ, ਇਹਦੇ ਬਾਬਤ 100 ਕਿਸਮ ਦੀਆਂ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਮੌਕੇ ਬਹੁਤ ਸਾਰੇ ਲੋਕਾਂ ਦੇ ਇਤਰਾਜ਼ ਸੀ ਕਿ ਇਹ ਮਨਮੋਹਨ ਸਿੰਘ ਨਹੀਂ, ਇਹ ਮੌਨ ਮੋਹਨ ਸਿੰਘ ਹੈ, ਮੌਨ ਰਹਿੰਦੇ ਆ ਹਰ ਮਸਲੇ ਦੇ ਉੱਤੇ। ਪਰ ਹੁਣ ਇਤਰਾਜ਼ ਇਹ ਚੱਲਦੇ ਆ ਕਿ ਵਰਤਮਾਨ ਪ੍ਰਧਾਨ ਮੰਤਰੀ ਸਾਹਿਬ ਇਕੱਲਾ ਬੋਲਦੇ ਹੀ ਆ, ਮਸਲੇ ਦੇ ਹੱਲ ਦੇ ਵੱਲ ਬਹੁਤ ਘੱਟ ਖਿਆਲ ਕਰਦੇ ਆ। ਮਨ ਕੀ ਬਾਤ ਕਰਦੇ ਆ ਪਰ ਜਨ ਕੀ ਬਾਤ ਨਹੀਂ ਕਰਦੇ, ਲੋਕਾਂ ਨੇ ਮਨ ਕੀ ਬਾਤ ਨਹੀਂ ਸੁਣਦੇਗੇ। ਸੋ ਹੁਣ ਜਿਹੜੀ ਖਬਰ ਆਈ ਹੈ ਕਿ ਆਤਮ ਨਿਰਭਰਤਾ ਉਦੋਂ ਸੀ ਕਿ ਹੁਣ ਇਸ ਵਕਤ ਜਦੋਂ ਸੰਕਟ ਪੈਦਾ ਹੋ ਗਿਆ, ਇਹ ਸੰਕਟ ਅਚਾਨਕ ਨਹੀਂ ਆਇਆ ਵੀ ਭਾਈ 4 ਘੰਟੇ ਪਹਿਲਾਂ ਆ ਗਿਆ ਜਾਂ 4 ਦਿਨ ਪਹਿਲਾਂ ਆ ਗਿਆ ਜਾਂ 2 ਹਫ਼ਤੇ ਪਹਿਲਾਂ ਆ ਗਿਆ। ਇਹ 1.25 ਸਾਲ ਤੋਂ ਭਾਰਤ ਦੇ ਵਿੱਚ ਸੰਕਟ ਚੱਲਦਾ। ਜਿਨ੍ਹਾਂ ਦੇਸ਼ਾਂ ਦੇ ਵਿੱਚ ਕਰੋਨਾ ਸ਼ੁਰੂ ਹੋਇਆ ਉੱਥੇ ਖਤਮ ਹੋ ਗਿਆ, ਭਾਰਤ ਦੇ ਕੋਲੇ 1.25 ਸਾਲ ਸੀ, ਇੱਥੇ ਪ੍ਰਬੰਧ ਨਹੀਂ ਕੀਤੇ ਗਏ। ਤੀਜੀ ਲਹਿਰ ਆਉਣ ਦੀ ਭਵਿੱਖਬਾਣੀ ਕੀਤੀ ਗਈ ਆ, ਸਾਡੇ ਕੋਲੇ ਪ੍ਰਬੰਧ ਨਾਂ ਦੀ ਕੋਈ ਚੀਜ਼ ਨਹੀਂ। ਹਰ ਰੋਜ਼ ਸੁਪਰੀਮ ਕੋਰਟ ਦੇ ਵੱਲੋਂ ਲਾਹਣਤਾਂ ਪਾਈਆਂ ਜਾਂਦੀਆਂ ਵੀ ਤੁਸੀਂ ਦਿੱਲੀ ਨੂੰ, ਬਾਕੀ ਵੱਖ-ਵੱਖ ਸੂਬਿਆਂ ਨੂੰ ਕਿਹੜੀ ਗੱਲੋਂ ਪ੍ਰੋਪਰ ਮਾਤਰਾ ਦੇ ਵਿੱਚ ਆਕਸੀਜਨ ਨਹੀਂ ਦਿੰਦੇ। ਕੱਲ੍ਹ ਵੀ ਝਾੜ ਪਾਈ ਗਈ ਹੈ ਕਿ 700 ਮੀਟ੍ਰਿਕ ਟਨ ਅਗਲੇ ਆਦੇਸ਼ਾਂ ਤੱਕ ਹਰ ਰੋਜ਼ ਦਿੱਤੀ ਜਾਵੇ ਦਿੱਲੀ ਨੂੰ, ਕਿਉਂਕਿ ਦਿੱਲੀ ਦੇ ਵਿੱਚ ਲੋਕ ਆ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਾਖਲ ਆ। ਪਰ ਇਹ ਕਿਵੇਂ ਮਿਲੂਗੀ ਤੇ ਕਦੋਂ ਮਿਲੂਗੀ, ਇਹਦੇ ਉੱਤੇ ਸਵਾਲ ਖੜੇ ਹੁੰਦੇ ਆ। ਸੋ ਆਤਮ ਨਿਰਭਰਤਾ ਦੀ ਗੱਲ ਲੋਕਾਂ ਵਾਸਤੇ ਹੋਰ ਆ, ਕੇਂਦਰ ਦੀ ਸਰਕਾਰ ਦੇ ਲਈ ਆਤਮ ਨਿਰਭਰਤਾ ਦੇ ਮਾਇਨੇ ਹੋਰ ਆ। ਜਿਨ੍ਹਾਂ ਨੇ ਅੱਖਾਂ ਦੇ ਉੱਤੇ ਖੋਪੇ ਲਾਏ ਆ ਉਹ ਜੋ ਮਰਜ਼ੀ ਕਹੀ ਜਾਣ, ਪਰ ਇਸ ਵਕਤ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਭਾਰਤ ਦੇ ਵੱਲ ਕੇਂਦਰਿਤ ਆ ਵੀ ਇੱਥੇ ਹੋ ਕੀ ਰਿਹਾ। ਗੱਲਾਂ ਤਾਂ ਅਸੀਂ ਕਰਦੇ ਵੀ ਅਸਮਾਨ ਨੂੰ ਟਾਕੀਆਂ ਲਾ ਦਿੰਦੇ ਆ ਤੇ ਵਿੱਚ ਸਾਡੇ ਕੱਖ ਵੀ ਨਹੀਂਗਾ। ਇਸ ਕਰਕੇ ਲੋੜ ਇਸ ਗੱਲ ਦੀ ਆ ਕਿ ਅਸੀਂ ਭਾਰਤ ਨੂੰ ਸੱਚੀ
ਸੱਚੀ-ਮੁੱਚੀ ਸਮਰੱਥ ਵੀ ਕਰੀਏ, ਅਸੀਂ ਫਾਲਤੂ ਪੈਸੇ ਖਰਚਣੇ ਬੰਦ ਕਰੀਏ। ਪ੍ਰਧਾਨ ਮੰਤਰੀ ਸਾਹਿਬ ਦਾ ਬੰਗਲਾ 1000 ਕਰੋੜ ਤੋਂ ਉੱਪਰ ਬਣ ਰਿਹਾ, ਪਾਰਲੀਮੈਂਟ ਨਵੀਂ ਬਣ ਰਹੀ ਹੈ ਹਜ਼ਾਰਾਂ ਕਰੋੜ ਰੁਪਏ ਦੀ, ਇੱਥੇ ਮੰਦਰਾਂ ਦੇ ਨਾਂ ਦੇ ਉੱਤੇ, ਮਸਜਿਦਾਂ ਦੇ ਨਾਂ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ। ਇਹਨਾਂ ਗੱਲਾਂ ਤੋਂ ਬਾਅਦ ਆ ਕੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਵੱਲ ਖਿਆਲ ਕਰਨਾ ਚਾਹੀਦਾ ਹੈ। ਫਿਰ ਪਤਾ ਲੱਗੂਗਾ ਵੀ ਅਸੀਂ ਸੱਚੀ-ਮੁੱਚੀ ਆਤਮ ਨਿਰਭਰਤਾ ਵਾਲੇ ਦੇਸ਼ ਦੇ ਵਿੱਚ ਰਹਿੰਦੇ ਹਾਂ। ਭਾਰਤ ਦੇ ਵਿੱਚ ਉਹਨਾਂ ਲੋਕਾਂ ਨੂੰ ਅੱਜ ਕੱਲ੍ਹ ਬਹੁਤ ਵੱਡੇ ਦੇਸ਼ ਭਗਤ ਮੰਨਿਆ ਜਾਂਦਾ। ਲੋਕ ਵੀ ਉਹਨਾਂ ਦੇ ਮਗਰ ਹਾਂ ਦਾ ਨਾਰਾ ਮਾਰਦੇ ਆ। ਜਿਹੜੇ ਲੋਕ ਇਸ ਵਕਤ ਅੰਨੀ ਭਗਤੀ ਕਰਦੇ ਆ, ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕਿਉਂ ਨਾ ਕਰਦੇ ਹੋਣ। ਜਦੋਂ ਪੜ੍ਹਿਆ ਲਿਖਿਆ ਬੰਦਾ ਅੱਖਾਂ ਬੰਦ ਕਰਕੇ ਕਿਸੇ ਇੱਕ ਧਿਰ ਦੇ ਉੱਤੇ, ਕਿਸੇ ਇੱਕ ਪਾਰਟੀ ਦੇ ਉੱਤੇ ਯਕੀਨ ਕਰੇ ਤਾਂ ਮੈਨੂੰ ਲੱਗਦਾ ਵੀ ਉਹ ਅਨਪੜ੍ਹਾਂ ਤੋਂ ਵੀ ਭੈੜਾ ਹੁੰਦਾ। ਅਨਪੜ੍ਹ ਲੋਕ ਵੀ ਆ ਜਿਹੜੇ ਉਹ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਕੁਝ ਸਿੱਖ ਲੈਂਦੇ ਆ। ਪਰ ਕੰਗਣਾ ਰਣੌਤ, ਪਾਇਲ ਰੋਹਤਗੀ, ਪ੍ਰਗਿਆ ਠਾਕੁਰ ਤੇ ਪਤਾ ਨਹੀਂ ਹੋਰ ਕਿੰਨੇ ਕਿਹੋ ਜਿਹੇ ਹੈਗੇ, ਸਾਕਸ਼ੀ ਮਹਾਰਾਜ ਤੇ ਹੋਰ ਨੇਤਾ, ਜਿਹੜੇ ਕਿ ਇਸ ਵਕਤ ਇੱਕੋ ਹੀ ਗੱਲ ਕਹਿੰਦੇ ਆ ਵੀ ਭਾਰਤ ਤਾਂ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਹੀ ਮਜ਼ਬੂਤ ਹੋਇਆ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਮਜ਼ਬੂਤ ਹੋ ਰਿਹਾ ਤੇ ਬਾਹਰਲੇ ਮੁਲਕ ਸਾਡੇ ਕੋਲੋਂ ਹਾਲੇ ਵੀ ਡਰਦੇ ਆ। ਸੋਚਣ ਵਾਲੀ ਗੱਲ ਹੈ ਵੀ ਆਪਾਂ ਤਾਂ ਮਦਦ ਮੰਗਣੀ ਉਹਨਾਂ ਤੋਂ। ਹੁਣ ਇਸ ਵਕਤ ਆਪਾਂ ਫਸੇ ਹੋਏ ਆ, ਆਪਾਂ ਸੰਕਟ ਦੇ ਵਿੱਚ ਆ, ਆਪਾਂ ਡਰਾਉਣਾ ਥੋੜ੍ਹੀ ਆ, ਆਪਾਂ ਤਾਂ ਤਰਲਿਆਂ ਤੇ ਆਏ ਹੋਏ ਆ ਵੀ ਸਾਡੀ ਮਦਦ ਕਰੋ। ਤੇ ਮਦਦ ਲੈਣੀ ਵੀ ਚਾਹੀਦੀ ਹੈ ਤੇ ਮਦਦ ਦੇਣੀ ਵੀ ਚਾਹੀਦੀ ਹੈ। ਜਿਹੜਾ ਵੀ ਦੇਸ਼ ਸਾਡੀ ਮਦਦ ਕਰਦਾ ਉਹਦਾ ਸ਼ੁਕਰੀਆ ਵੀ ਦਿਲੀ ਤੌਰ ਤੇ ਕਰਨਾ ਚਾਹੀਦਾ। ਇਹ ਨਹੀਂ ਵੀ ਕੱਲ੍ਹ ਨੂੰ ਜੇਕਰ ਕੋਈ ਸਾਡੀ ਗਲਤ ਗੱਲ ਨੂੰ ਫਿਰ ਗਲਤ ਕਵੇ, ਜਿਵੇਂ ਕਿ ਜਸਟਿਨ ਟਰੂਡੋ ਨੇ ਕਿਹਾ ਸੀ ਕਿਸਾਨੀ ਦੇ ਹੱਕ ਦੇ ਵਿੱਚ, ਤੇ ਉਦੋਂ ਕਹਤਾ ਸੀਗਾ ਵੀ ਨਹੀਂ ਇਉਂ ਥੋੜ੍ਹੀ ਹੁੰਦੀ ਗੱਲ, ਤੁਸੀਂ ਆਪਦੇ ਦੇਸ਼ ਤੱਕ ਮਤਲਬ ਰੱਖੋ, ਸਾਡੇ ਦੇਸ਼ ਦੇ ਵਿੱਚ ਕਿਹੜੀ ਗੱਲੋਂ ਦਖਲ ਦਿੰਦੇ ਆ। ਤੇ ਉਸ ਵਕਤ ਤਾਂ ਚਲੋ ਕਹਿਤਾ, ਤੇ ਹੁਣ ਜਦੋਂ $10 ਮਿਲੀਅਨ ਦਿੱਤਾ ਉਹਨਾਂ ਨੇ ਜਾਂ ਦੇਣ ਦਾ ਐਲਾਨ ਕੀਤਾ, ਤੇ ਉਦੋਂ ਆਪਾਂ ਕਿਉਂ ਨਹੀਂ ਕਿਹਾ ਵੀ ਆਪਦੇ ਪੈਸੇ ਆਪਦੇ ਕੋਲੇ ਰੱਖੋ, ਸਾਨੂੰ ਥੋੜੀ ਦੁੱਕੀ ਨਹੀਂ ਚਾਹੀਦੀ। ਮਤਲਬ ਇਹ ਹੈ ਵੀ ਥੋੜਾ ਜਿਹਾ ਦਿਲ ਗੁਰਦਾ ਵਿਸ਼ਾਲ ਸਾਨੂੰ ਰੱਖਣਾ ਚਾਹੀਦਾ। ਪਰ ਕੰਗਣਾ ਰਣੌਤ ਨੇ ਕੱਲ ਫਿਰ ਭਸੂੜੀ ਪਾ ਲਈ ਤੇ ਉਹਦੇ ਉੱਤੇ ਪਰਚਾ ਦਰਜ ਹੋਇਆ। ਇੰਨਾ ਕੁਝ ਹੋਣ ਦੇ ਬਾਵਜੂਦ ਉਹਦਾ ਟਵਿੱਟਰ ਖਾਤਾ ਬੰਦ ਹੋ ਗਿਆ, ਉਹਨੂੰ ਲਾਹਣਤਾਂ ਬਹੁਤ ਪੈਂਦੀਆਂ, ਪਰ ਫਿਰ ਵੀ ਪਤਾ ਨਹੀਂ ਕਿਉਂ ਉਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਹੜੀ ਕਿ ਲੋਕਾਂ ਨੂੰ ਚੁਭਦੀ ਹੈ। ਕੰਗਣਾ ਰਣੌਤ ਨੇ ਆਪਣੇ ਹੁਣ ਇੰਸਟਾਗ੍ਰਾਮ ਖਾਤੇ ਦੇ ਉੱਤੇ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੀਆਂ ਗਲਤ ਮਲਤ ਤਸਵੀਰਾਂ ਜਿਹੜੀਆਂ ਉਹ ਪੇਸ਼ ਕਰਤੀਆਂ, ਉਹਨੇ ਪੋਸਟ ਕਰਤੀਆਂ। ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਉਹਦੇ ਖਿਲਾਫ ਪਰਚਾ ਦਰਜ ਹੋਇਆ। ਆਪਾਂ ਜਾਣਦੇ ਵੀ ਹੁਣ ਤੋਂ ਪਹਿਲਾਂ ਕੁਝ ਕੁ ਘੰਟੇ ਪਹਿਲਾਂ ਦੀ ਗੱਲ ਹੀ ਆ, ਉਹਦਾ ਰੋਣਾ ਝੱਲਿਆ ਨਹੀਂ ਸੀ ਜਾਂਦਾ। ਉਹ ਕਹਿੰਦੀ ਵੀ ਭਾਈ ਮੈਂ ਤਾਂ ਬਹੁਤ ਲੋਕਤੰਤਰ ਦੇ ਉੱਤੇ ਸਵਾਲ ਖੜੇ ਕਰਦੀ ਆ, ਇਹ ਤਾਂ ਮੇਰੀ ਬੋਲਣ ਦੀ ਆਜ਼ਾਦੀ ਖੋਲੀ ਆ। ਅਮਰੀਕਾ ਦੇ ਗੋਰੇ ਲੋਕ ਆ ਜਿਹੜੇ ਤਾਂ ਸੋਚਦੇ ਆ ਵੀ ਕਾਲੇ ਤੇ ਭੂਰੇ ਲੋਕ ਆ ਜਿਹੜੇ ਤਾਂ ਐਵੇਂ ਤੁਰੇ ਫਿਰਦੇ ਆ। ਉਹਨੂੰ ਉਸ ਗੱਲ ਦਾ ਪਤਾ ਹੀ ਨਹੀਂ ਵੀ ਮੈਨੂੰ ਕਿਹੜੀ ਗੱਲੋਂ ਟੋਕਿਆ ਜਾ ਰਿਹਾ ਤੇ ਮੇਰਾ ਖਾਤਾ ਕਿਹੜੀ ਗੱਲੋਂ ਬੰਦ ਕੀਤਾ ਗਿਆ। ਲੰਘੇ ਕੱਲ ਪਾਇਲ ਰੋਹਤਗੀ ਜਿਹੜੀ ਕਿ ਕੰਗਣਾ ਰਣੌਤ ਦੀ ਭੈਣ ਹੀ ਆ ਬੋਲਬਾਣੀ ਦੇ ਮਾਮਲੇ ਦੇ ਵਿੱਚ, ਉਹਦਾ ਵੀ ਖਾਤਾ ਜਿਹੜਾ ਟਵਿੱਟਰ ਦੇ ਵੱਲੋਂ ਉਹ ਬੰਦ ਕਰ ਦਿੱਤਾ ਗਿਆ। ਤੇ ਹੁਣ ਉਹਦੇ ਵੱਲੋਂ ਵੀ ਇਹ ਗੱਲ ਕਹੀ ਗਈ ਆ ਕਿ ਰਾਸ਼ਟਰਪਤੀ ਰਾਜ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਲਾਗੂ ਕਿਉਂ ਨਹੀਂ ਹੁੰਦਾ। ਇਹ ਲੋਕ ਹਿੰਦੂ ਮੁਸਲਮਾਨ ਦੇ ਚੱਕਰ ਦੇ ਵਿੱਚ ਕਿਵੇਂ ਵੰਡੀਆਂ ਪਾਉਂਦੇ ਆ। ਇਹਦੀ ਵੀਡੀਓ ਸਾਰਾ ਕੁਝ ਬਿਆਨ ਕਰ ਦਿੰਦੀ ਪਾਇਲ ਦੀ। ਉਹ ਕਹਿੰਦੀ ਜੀ ਹਿੰਦੂ ਭਾਈयों के साथ अत्याचार हो रहा है, औरतों के साथ जबर जनाह हो रहा है। जो ਪੱਛਮੀ ਬੰਗਾਲ ਦੇ ਵਿੱਚ ਹੋ ਰਿਹਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ। ਜਿਹੜੇ ਲੋਕ ਇਹ ਗੱਲ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪਰ ਕਦੇ ਇਹਨਾਂ ਨੇ ਮੂੰਹ ਦੇ ਵਿੱਚੋਂ ਸੁਣਿਆ ਵੀ ਮੁਸਲਮਾਨ ਵੀ ਸਾਡੇ ਭਰਾ, ਕਦੇ ਸੁਣਿਆ ਵੀ ਸਿੱਖ ਵੀ ਸਾਡੇ ਭਰਾ, ਕਦੇ ਸੁਣਿਆ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਇਹ ਸਾਰੇ ਆਪਸ ਦੇ ਵਿੱਚ ਮਿਲ ਕੇ ਰਹਿਣ। ਵੰਡੀਆਂ ਪਾਉਣੀਆਂ ਆਪਾਂ ਹੋਰ ਕੁਝ ਨਹੀਂ ਕਰਨਾ। ਪਹਿਲਾਂ ਕੰਗਣਾ ਦੇ ਖਿਲਾਫ ਦਰਜ ਹੋਏ ਪਰਚੇ ਦੀ ਗੱਲ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਫਿਲਮ ਅਦਾਕਾਰਾ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਨੇ। ਪਹਿਲਾਂ ਉਹਨਾਂ ਦਾ ਟਵਿੱਟਰ ਖਾਤਾ ਮੁਅੱਤਲ ਕਰ ਦਿੱਤਾ ਗਿਆ ਤੇ ਹੁਣ ਕੰਗਣਾ ਦੇ ਖਿਲਾਫ ਉਹਨਾਂ ਦੀ ਇੰਸਟਾਗ੍ਰਾਮ ਪੋਸਟ ਦੇ ਲਈ FIR ਦਰਜ ਕੀਤੀ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਰੀਜੂ ਦੱਤਾ ਨੇ ਪੱਛਮੀ ਬੰਗਾਲ ਦੇ ਉਲਟਾ ਡਾਂਗਾ ਦੇ ਵਿੱਚ ਕੰਗਣਾ ਖਿਲਾਫ FIR ਦਰਜ ਕਰਵਾਈ ਹੈ। ਇਲਜ਼ਾਮ ਇਹ ਲਾਇਆ ਗਿਆ ਕਿ ਇਸ ਅਦਾਕਾਰਾ ਨੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਰੀਜੂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ FIR ਦੀ ਕਾਪੀ ਸਾਂਝੀ ਕੀਤੀ ਹੈ। ਦੋਸ਼ ਲਾਇਆ ਕਿ ਕੰਗਣਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਖਾਤੇ ਦੇ ਉੱਤੇ ਕਈ ਇਤਰਾਜ਼ਯੋਗ ਪੋਸਟਾਂ ਕੀਤੀਆਂ ਨੇ। ਇਸ ਦੇ ਨਾਲ ਹੀ ਉਹਨਾਂ ਇੰਸਟਾ ਸਟੋਰੀ ਨੂੰ ਵੀ ਇੱਕ ਲਿੰਕ ਦਿੱਤਾ ਹੈ। ਰੀਜੂ ਨੇ ਲਿਖਿਆ ਕਿ ਰਣੌਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਪੁਲਿਸ ਨੂੰ ਅਦਾਕਾਰਾ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਕੰਗਣਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਵਿੱਚ ਮਮਤਾ ਬੈਨਰਜੀ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਨੇ। TMC ਆਗੂ ਨੇ ਉਹ ਸਾਰੀਆਂ ਫੋਟੋਆਂ ਪੁਲਿਸ ਨੂੰ ਸੌਂਪ ਦਿੱਤੀਆਂ ਨੇ। ਕੰਗਣਾ ਦਾ ਟਵਿੱਟਰ ਅਕਾਊਂਟ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਤੇ ਟਵਿੱਟਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ। ਕੰਗਣਾ ਨੇ ਇਹ ਕਹਿੰਦੇ ਹੋਏ ਪ੍ਰਤੀਕਿਰਿਆ ਦਿੱਤੀ ਸੀ ਕਿ ਉਸ ਕੋਲ ਹੋਰ ਵੀ ਮੰਚ ਨੇ ਜਿੱਥੇ ਉਹ ਆਪਣੀ ਰਾਏ ਰੱਖ ਸਕਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੋਸ਼ਲ ਮੀਡੀਆ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਇੱਕ ਬਹੁਤ ਵਧੀਆ ਖੂਬਸੂਰਤ ਮੰਚ ਹੈ, ਜਿੱਥੇ ਆਪਾਂ ਆਪਦੀ ਬੇਬਾਕੀ ਨਾਲ ਗੱਲ ਕਰ ਸਕਦੇ ਹਾਂ, ਨਿਰਪੱਖ ਰਾਏ ਰੱਖ ਸਕਦੇ ਹਾਂ। ਜੇ ਕੋਈ ਸਾਨੂੰ ਚੰਗਾ ਲੱਗਦਾ
ਉਹਨੂੰ ਅਸੀਂ ਹਾਂ ਕਹਿ ਦਈਏ, ਜੇਕਰ ਨਹੀਂ ਚੰਗਾ ਲੱਗਦਾ ਉਹਨੂੰ ਨਾ ਕਰ ਦਈਏ। ਸਾਡੇ ਕੋਲੇ ਬਹੁਤ ਸਾਰੇ ਰਾਹ ਹੈਗੇ ਆ। ਪਰ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਆ, ਭਾਵੇਂ ਉਹ ਪੱਤਰਕਾਰ ਹੋਣ, ਭਾਵੇਂ ਉਹ ਕਲਾਕਾਰ ਹੋਣ, ਭਾਵੇਂ ਨੇਤਾ ਹੋਣ, ਭਾਵੇਂ ਕੋਈ ਵੀ ਹੋਰ ਹੋਵੇ, ਉਹਨਾਂ ਨੂੰ ਪਹਿਲਾਂ ਤਾਂ ਲੱਖ ਦੀ ਲਾਹਨਤ ਪਾਉਣੀ ਬਣਦੀ ਹੈ ਵੀ ਤੁਸੀਂ ਇਹ ਕਹਿੰਦੇ ਵੀ ਸਾਡਾ ਬਹੁਤ ਵੱਡਾ ਔਰਾ, ਸਾਡਾ ਬਹੁਤ ਵੱਡਾ ਦਾਇਰਾ, ਬੋਲਣ ਦੀ ਤੁਹਾਨੂੰ ਤਮੀਜ਼ ਨਹੀਂ ਗੀ। ਤੁਹਾਨੂੰ ਇਹ ਨਹੀਂ ਪਤਾ ਵੀ ਬੋਲਣ ਦੀ ਆਜ਼ਾਦੀ ਤੇ ਬਕਵਾਸ ਦੇ ਵਿੱਚ ਅੰਤਰ ਕੀ ਹੈ। ਬੋਲਣ ਦੀ ਆਜ਼ਾਦੀ ਤਾਂ ਸਾਨੂੰ ਸਾਡਾ ਸੰਵਿਧਾਨ ਦਿੰਦਾ, ਪਰ ਬਕਵਾਸ ਕਰਨੀ ਨਹੀਂ ਦਿੰਦਾ। ਆਜ਼ਾਦੀ ਸਾਨੂੰ ਸ਼ਖਸੀ ਤੌਰ ਦੇ ਉੱਤੇ ਆਪਣੇ ਵਿਚਾਰ ਪ੍ਰਗਟਾਵੇ ਦੀ ਮਿਲਦੀ ਹੈ, ਪਰ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਨਾਂ ਦੇ ਉੱਤੇ ਅਸੀਂ ਜਬਲੀਆਂ ਮਾਰ ਗਏ, ਅਸੀਂ ਥੋਥੀਆਂ ਬੇਵਕੂਫੀ ਵਾਲੀਆਂ ਗੱਲਾਂ ਕਰੀਏ। ਇਹ ਗੱਲ ਕੋਈ ਕਿਉਂ ਬਰਦਾਸ਼ਤ ਕਰੇ। ਸੋ ਜੇਕਰ ਕੰਗਣਾ ਰਣੌਤ ਨੂੰ ਇੰਨਾ ਹੀ ਫਿਕਰ ਹੈ ਤਾਂ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਜਾਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਨਾਲ ਜਾ ਕੇ ਆਪ ਗੱਲ ਕਰੇ। ਇਹ ਲਿਖ ਦੇਣਾ ਜੀ ਕਿ ਮੈਂ ਤਾਂ ਬਹੁਤ ਵੱਡੀ ਇਸ ਵਕਤ ਇਨਕਲਾਬੀ ਹਾਂ, ਮੈਂ ਤਾਂ ਜੀ ਬਹੁਤ ਵੱਡੀ ਰਾਜਪੂਤ ਘਰਾਣੇ ਦੀ ਇੱਕ ਇਹੋ ਜੀ ਆਗੂ ਹਾਂ, ਮੈਂ ਕਿ ਇਹੋ ਜੀ ਕੁੜੀ ਹਾਂ ਜਿਹਨੇ ਕਦੇ ਦੁਨੀਆ ਦੀ ਪਰਵਾਹ ਨਹੀਂ ਕੀਤੀ। ਲੋਕ ਮਜ਼ਾਕ ਉਡਾਉਂਦੇ ਆ। ਇਸ ਵਕਤ ਚਾਹੀਦਾ ਇਹ ਆ ਕਿ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਨਾ ਕੀਤੀਆਂ ਜਾਣ। ਮਮਤਾ ਬੈਨਰਜੀ ਨੇ ਹਾਲੇ ਕੱਲ੍ਹ ਤਾਂ ਸਹੁੰ ਚੁੱਕੀ ਆ ਤੀਜੀ ਵਾਰ, ਤੇ ਹੁਣ ਆਪਾਂ ਨੂੰ ਇਹ ਲੱਗਣ ਲੱਗ ਗਿਆ ਜੀ ਕਿ ਉੱਥੇ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ। ਪੂਰੇ ਭਾਰਤ ਦੇ ਵਿੱਚ ਅੱਗ ਲੱਗੀ ਹੋਈ ਆ 2014 ਤੋਂ ਬਾਅਦ। ਕਦੇ ਕਿਹੜੀ ਥਾਂ ਤੇ ਦੰਗੇ ਹੁੰਦੇ ਆ, ਕਦੇ ਕਿਹੜੀ ਥਾਂ ਦੇ ਉੱਤੇ ਕੁਝ ਵਾਪਰ ਜਾਂਦਾ, ਕਦੇ ਕਿਹੜੀ ਥਾਂ ਤੇ ਕੁਝ ਵਾਪਰਦਾ। ਇਹਦਾ ਮਤਲਬ ਤਾਂ ਪੂਰੇ ਭਾਰਤ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ। ਆਪਾਂ ਇਕੱਲੇ ਇੱਕ ਸੂਬੇ ਦੀ ਗੱਲ ਕਰਦੇ ਹਾਂ। ਫਿਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੋ ਕੁਝ ਪੱਛਮੀ ਬੰਗਾਲ 'ਚ ਚੱਲ ਰਿਹਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਬਣਦੀ ਹੈ। ਭਾਵੇਂ ਬੀਜੇਪੀ ਦੇ ਆਗੂ ਜਿਹੜੇ ਜਾਂ ਵਰਕਰ ਆ ਜਿਹੜੇ ਉਹ ਕਰਦੇ ਹੁਣ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਉੱਤੇ ਅਤਿਆਚਾਰ, ਭਾਵੇਂ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਬੀਜੇਪੀ ਦੇ ਵਰਕਰਾਂ ਦੇ ਉੱਤੇ ਅਤਿਆਚਾਰ ਕਰਦੇ ਹੋਣ, ਕਤਲੋਗਾਰਦ ਕਰਦੇ ਹੋਣ, ਉਹਨਾਂ ਨੂੰ ਸਖਤ ਸ਼ਬਦਾਂ ਦੇ ਵਿੱਚ ਸੁਨੇਹਾ ਵੀ ਦੇਣਾ ਚਾਹੀਦਾ। ਉਹਨਾਂ ਦੇ ਉੱਤੇ ਕਤਲ ਦੇ ਪਰਚੇ ਵੀ ਦਰਜ ਹੋਣੇ ਚਾਹੀਦੇ ਆ। ਉਹਨਾਂ ਦੇ ਖਿਲਾਫ ਸਖਤੀ ਨਾਲ ਨਜਿੱਠਣਾ ਚਾਹੀਦਾ, ਕਿਉਂਕਿ ਇੱਥੇ ਕਿਸੇ ਵੀ ਪਾਰਟੀ ਦੀ ਸਰਕਾਰ ਚੁਣੀ ਜਾ ਸਕਦੀ ਹੈ, ਜਿਵੇਂ ਕਿ ਵਾਰ-ਵਾਰ ਮੋਦੀ ਸਰਕਾਰ ਵੀ ਚੁਣੀ ਗਈ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਿੰਸਕ ਹੋ ਜਾਈਏ। ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੀਆਂ ਇਹੋ ਜਿਹੀਆਂ ਉਦਾਹਰਨਾਂ ਮਿਲ ਰਹੀਆਂ ਵੀ ਰਹਿ ਕੇ ਦੁੱਖ ਹੁੰਦਾ ਤੇ ਗੱਚ ਵੀ ਭਰ ਆਉਂਦਾ। ਗੱਚ ਇਸ ਕਰਕੇ ਭਰ ਆਉਂਦਾ ਕਿਉਂਕਿ ਇਸ ਵਕਤ ਸ਼ਮਸ਼ਾਨ ਘਾਟਾਂ ਦੇ ਵਿੱਚ ਥਾਂ ਹੈ ਨਹੀਂ, ਥੜੇ ਹੈ ਨਹੀਂ ਜਿੱਥੇ ਕਿ ਮ੍ਰਿਤਕਾਂ ਦਾ ਸੰਸਕਾਰ ਕਰਨਾ। ਲੋਕ ਆਪਦੇ ਪਿਆਰਿਆਂ ਨੂੰ, ਵਿਛੜਿਆਂ ਨੂੰ ਉੱਥੇ ਵਿਦਾਇਗੀ ਦੇਣ ਆਉਂਦੇ ਆ, ਉਹਨਾਂ ਦੀ ਆਖਰੀ ਝਲਕ ਪ੍ਰਾਪਤ ਕਰਨ ਦੇ ਲਈ ਆਉਂਦੇ ਆ। ਪਰ ਜਦੋਂ ਲੈ ਕੇ ਜਾਂਦੇ ਆ ਲਾਸ਼ ਆਪਦੇ ਮ੍ਰਿਤਕ ਦੀ, ਪਿਆਰੇ ਦੀ, ਉੱਥੇ ਉਹਨੂੰ ਸੰਸਕਾਰ ਦੇ ਲਈ ਮੌਕਾ ਨਹੀਂ ਮਿਲਦਾ ਗਾ। ਉਹਨੂੰ ਕਈ ਘੰਟੇ ਪਰਿਵਾਰਕ ਜੀਆਂ ਨੂੰ ਉਡੀਕ ਕਰਨੀ ਪੈਂਦੀ ਹੈ। ਲੁਧਿਆਣੇ ਤੋਂ ਖਬਰ ਆਈ ਹੈ, ਇੱਕ ਸ਼ਮਸ਼ਾਨ ਘਾਟ, ਰਾਮਗੜੀਆ ਸ਼ਮਸ਼ਾਨ ਘਾਟ, ਤੇ ਇੱਥੇ ਪਤਾ ਲੱਗਾ ਜੀ ਕਿ ਇੱਕ ਹਫ਼ਤੇ ਦੇ ਵਿੱਚ 75 ਦੇ ਕਰੀਬ ਲੋਕਾਂ ਦੀ, ਕਰੋਨਾ ਪੋਜ਼ਿਟਿਵ ਲੋਕਾਂ ਦਾ ਸੰਸਕਾਰ ਹੋਇਆ। ਇੱਥੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਦਾ ਮਤਲਬ ਇਹ ਹੈ ਕਿ ਲਗਭਗ 10 ਤੋਂ ਲੈ ਕੇ 11 ਲੋਕਾਂ ਨੂੰ, ਕਰੋਨਾ ਪੋਜ਼ਿਟਿਵ ਨੂੰ, ਇੱਥੇ ਅੰਤਿਮ ਵਿਦਾਈ ਦਿੱਤੀ ਗਈ ਹੈ, ਇੱਥੇ ਸੰਸਕਾਰ ਹੋਇਆ। ਤੇ ਜੇਕਰ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਦਿਨ ਦੇ ਵਿੱਚ 11 ਲੋਕਾਂ ਦਾ ਸੰਸਕਾਰ ਹੁੰਦਾ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਕੀ ਬਣ ਰਿਹਾ ਹੋਊਗਾ। ਤੇ ਜੋ ਮੌਤਾਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਅੱਜ ਵੀ ਹਰ ਰੋਜ਼ 150 ਜਾਂ 160 ਮੌਤਾਂ ਹੁੰਦੀਆਂ, ਕੀ ਇਹ ਗੱਲ ਸੱਚ ਹੋਊਗੀ ਜੇਕਰ ਇੱਕ ਸ਼ਮਸ਼ਾਨ ਘਾਟ ਦੇ ਵਿੱਚ 11 ਲੋਕਾਂ ਦਾ ਹਰ ਰੋਜ਼ ਸੰਸਕਾਰ ਹੁੰਦਾ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਪਿਛਲੇ ਕੁਝ ਦਿਨਾਂ ਤੋਂ ਰਿਕਾਰਡ ਤੋੜ ਮੌਤਾਂ ਹੋ ਰਹੀਆਂ ਨੇ। 150 ਤੋਂ ਵੱਧ ਹਰ ਰੋਜ਼ ਮੌਤਾਂ ਦਰਜ ਹੋ ਰਹੀਆਂ ਨੇ। ਵੀਰਵਾਰ ਨੂੰ ਵੀ ਲੁਧਿਆਣੇ ਦੇ ਵਿੱਚ 19 ਲੋਕਾਂ ਦੀ ਮੌਤ ਹੋਈ। ਕਰੋਨਾ ਦਾ ਘਾਤਕ ਪਸਾਰਾ ਪੰਜਾਬ ਦੇ ਵਿੱਚ ਬਹੁਤ ਵੱਡੀ ਤਬਾਹੀ ਮਚਾ ਰਿਹਾ। ਲੁਧਿਆਣੇ ਦਾ ਰਾਮਗੜੀਆ ਸ਼ਮਸ਼ਾਨ ਘਾਟ ਮਈ ਦੇ ਪਹਿਲੇ ਹਫ਼ਤੇ ਦੌਰਾਨ 75 ਲੋਕਾਂ ਦੀ ਜੋ ਕਰੋਨਾ ਪੋਜ਼ਿਟਿਵ ਨੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇੱਥੇ ਲੁਧਿਆਣੇ ਦੇ ਵਿੱਚ ਹੁਣ ਤੱਕ 1490 ਲੋਕ ਆ ਜਿਹੜੇ ਉਹ ਕਰੋਨਾ ਕਰਕੇ ਜੰਗ ਹਾਰ ਚੁੱਕੇ ਨੇ। ਲੁਧਿਆਣਾ ਦੇ ਢੋਲੇਵਾਲ ਸਥਿਤ ਰਾਮਗੜੀਆ ਸ਼ਮਸ਼ਾਨ ਘਾਟ ਦੇ ਵਿੱਚ ਅਪ੍ਰੈਲ ਮਹੀਨੇ 145 ਕਰੋਨਾ ਪੋਜ਼ਿਟਿਵ ਮ੍ਰਿਤਕਾਂ ਦਾ ਸੰਸਕਾਰ ਕੀਤਾ ਗਿਆ ਸੀ। ਹੁਣ ਮਈ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਅੰਕੜਾ 75 ਤੱਕ ਪਹੁੰਚ ਗਿਆ ਤੇ ਸ਼ਮਸ਼ਾਨ ਘਾਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਸਕਾਰ ਦੇ ਲਈ ਟਰਾਲੀ ਨੁਮਾ ਸੇਵਾ ਤਿਆਰ ਕੀਤਾ ਗਿਆ। ਇੱਕ ਗੈਸ ਵਾਲੀ ਭੱਠੀ ਕੋਈ ਦਿਨਾਂ ਦੇ ਵਿੱਚ ਬਣ ਕੇ ਆ ਜਾਵੇਗੀ ਤੇ ਬੰਦ ਪਈਆਂ ਗੈਸ ਵਾਲੀਆਂ ਭੱਠੀਆਂ ਨੂੰ ਵੀ ਚਲਾ ਦਿੱਤਾ ਗਿਆ। ਰਾਮਗੜੀਆ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ ਦੇ ਮੁਖੀ ਰਣਜੋਤ ਸਿੰਘ ਨੇ ਕਿਹਾ ਕਿ ਕਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਵੱਡਾ ਇਜ਼ਾਫਾ ਦੇਖਣ ਨੂੰ ਮਿਲਿਆ। ਅਪ੍ਰੈਲ ਮਹੀਨੇ ਦੇ ਵਿੱਚ 145 ਪੋਜ਼ਿਟਿਵ ਦੇਹਾਂ ਦਾ ਸੰਸਕਾਰ ਕੀਤਾ ਗਿਆ ਤੇ ਹੁਣ ਇਸ ਗਿਣਤੀ ਦੇ ਵਿੱਚ ਹੋਰ ਵੀ ਵਾਧਾ ਹੋ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਕਰੋਨਾ ਲਹਿਰ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ, ਉਹਦੇ ਵਿੱਚ ਦੱਸਿਆ ਗਿਆ ਵੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ 24 ਘੰਟਿਆਂ 'ਚ 7-7 ਹਜ਼ਾਰ ਕੇਸ ਆ ਰਿਹਾ। ਮਈ ਦੇ ਦੂਜੇ ਤੋਂ ਲੈ ਕੇ ਤੀਜੇ ਹਫ਼ਤੇ ਤੱਕ ਪੰਜਾਬ ਦੇ ਵਿੱਚ 10,000 ਦਿਨ ਦੇ ਵਿੱਚ ਕੇਸ ਆ ਸਕਦੇ ਆ। ਹੁਣ ਜਿਹੜੀਆਂ ਮੌਤਾਂ 24 ਘੰਟੇ ਦੇ ਵਿੱਚ 160 ਸਰਕਾਰੀ ਅੰਕੜਿਆਂ ਮੁਤਾਬਕ ਦੱਸੀਆਂ ਜਾ ਰਹੀਆਂ, ਇਹਦੇ ਵਿੱਚ ਕਈ ਗੁਣਾ ਵਾਧਾ ਹੋ ਸਕਦਾ। ਸੋ ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਸਿਹਤ ਦੀ ਆਪ ਖਿਆਲ ਕਰਨਾ ਚਾਹੀਦਾ, ਆਪਣਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਚਾਹੀਦਾ ਤੇ ਮਟਰ ਗਸ਼ਤੀ ਬੰਦ ਕਰਕੇ ਤੇ ਦੂਰੀ ਥੋੜ੍ਹੀ ਜਿਹੀ ਬਣਾ ਕੇ ਸਰੀਰਕ ਤੌਰ ਦੇ ਉੱਤੇ ਰੱਖਣੀ ਚਾਹੀਦੀ ਹੈ। ਬਿਨਾਂ ਕੰਮ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕੰਮਕਾਜੀ ਲੋਕ ਤਾਂ ਚਲੋ ਮਜਬੂਰੀ ਆ, ਜੋ ਕਮਾਉਣਗੇ ਸੋ ਖਾਣਗੇ। ਕੱਲੀਆਂ ਸਰਕਾਰਾਂ ਦੇ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ। ਸਰਕਾਰ
ਸਰਕਾਰਾਂ ਨੇ ਕੁਝ ਨਹੀਂ ਕਰਨਾ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਸਾਡੇ ਘਰ ਦੇ ਵਿੱਚ 70 ਵਿਛ ਗਿਆ ਇੱਕ ਜਣੇ ਦੇ ਜਾਣ ਕਰਕੇ ਜਾਂ 5 ਜਣਿਆਂ ਦੇ ਜਾਣ ਕਰਕੇ, ਉਹ ਬਿਲਕੁਲ ਬੇਖਬਰ ਆ। ਉਹਨਾਂ ਨੇ ਤਾਂ ਇੱਕ ਬਿਆਨ ਵੀ ਨਹੀਂ ਦੇਣਾ, ਬਾਕੀ ਤਾਂ ਹੋਰ ਕੀ ਦੇਣਾ। ਸੋ ਇਸ ਵਕਤ ਪੰਜਾਬ ਦੇ ਵਿੱਚ ਸਥਿਤੀ ਘਾਤਕ ਆ। ਸੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਕੁਝ ਕਰਨ। ਇਕੱਲੇ ਉਲਾਂਭਿਆਂ ਦੀ ਖੇਡ ਨਾ ਖੇਡੀ ਜਾਵੇ, ਰਾਜਨੀਤੀ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ, ਬਲਦੇ ਸੀਵਿਆਂ ਦੇ ਉੱਤੇ ਨਾ ਕੀਤੀ ਜਾਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।